ਬਿਸਮਿਲ੍ਲਾਹਿਰਰਹਿਮਾनिर्रहीम। ਇਸ਼ੂ ਸਿਆਸੀ ਹੈ ਔਰ ਸਿਆਸੀ ਇਸ਼ੂ ਇਸ ਤਰ੍ਹਾਂ ਕਿ ਪਾਕਿਸਤਾਨ ਦੀਆਂ ਸਿਆਸੀ ਜਮਾਤਾਂ ਜਿਹੜੀਆਂ ਨੇ ਉਹਨਾਂ ਦੇ ਇੱਕ ਤਾਂ ਦਾਖਲੀ ਤੌਰ ਤੇ ਇੰਤਸ਼ਾਰ ਤੇ ਨਾ ਇਤਫਾਕੀ ਹੈਗੀ। ਦੂਸਰਾ ਆਪਸ ਦੇ ਵਿੱਚ ਜਿਹੜੇ ਉਹਨਾਂ ਦੇ ਤਾਲੁਕਾਤ ਨੇ ਉਹ ਇਤਿਹਾਦ ਕਰਦੀਆਂ ਨੇ ਇੱਕ ਦੂਸਰੇ ਨਾਲ, ਲੇਕਿਨ ਉਹਨੂੰ ਆਨਰ ਨਹੀਂ ਕਰਦੀਆਂ। ਇਹ ਵਾਲਾ ਸਾਡਾ ਇਸ਼ੂ। ਔਰ ਇਹ ਇੱਕ ਪਾਸੇ ਪੀਟੀਆਈ ਹੈ ਜਿਹੜੀ ਇਕੱਲੀ ਇਸ ਤਰ੍ਹਾਂ ਦੇ ਮਸਾਇਲ ਦਾ ਸ਼ਿਕਾਰ ਹੈ। ਦੂਸਰੇ ਪਾਸੇ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ ਨੂਨ ਨੇ ਜਿਹੜਾ ਫਾਰਮੂਲਾ ਤੈਅ ਕੀਤਾ ਸੀ ਪਾਵਰ ਸ਼ੇਅਰਿੰਗ ਦਾ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਉਹ ਮਰੀਮ ਨਵਾਜ਼ ਦੀ ਵਜ੍ਹਾ ਨਾਲ ਖਤਰੇ ਦੇ ਵਿੱਚ ਪੈ ਗਿਆ। ਤੇ ਇਹਦੇ ਉੱਤੇ ਅਸੀਂ ਗੱਲ ਕਰਾਂਗੇ। ਤੇ ਪਹਿਲੇ ਪੀਟੀਆਈ ਵਾਲੀ ਗੱਲ ਕਰ ਲਈਏ, ਫਿਰ ਅਸੀਂ ਇਹਦੇ ਉੱਤੇ ਵੀ ਆਵਾਂਗੇ ਕਿ ਮਰੀਮ ਨਵਾਜ਼ ਜਿਹੜੇ ਦੋ ਤਰਫਾ ਤਾਲੁਕਾਤ ਨੇ ਪਾਰਟੀਆਂ ਦੇ, ਉਹ ਕਿਵੇਂ ਖਰਾਬ ਕਰ ਰਹੀਆਂ ਨੇ। ਤੇ ਗੱਲ ਇਹ ਵੇ ਕਿ ਇਹਦੇ ਪੀਟੀਆਈ ਦੇ ਵਿੱਚ 3-4 ਲੀਡਰ ਨੇ ਜਿਹੜੇ ਇਹਨੂੰ ਚਲਾ ਰਹੇ ਸਨ। ਉਹ ਕੋਰ ਕਮੇਟੀ ਦੇ ਵਿੱਚ ਵੀ ਕੋਈ ਲੋਕ ਸ਼ਾਮਲ ਨੇ, ਤੇ ਜਿਹੜੇ ਲੋਕ ਕੋਰ ਕਮੇਟੀ 'ਚ ਨਹੀਂ ਹੈਗੇ ਜਾਂ ਇਮਰਾਨ ਖਾਨ ਨਾਲ ਜਿਨ੍ਹਾਂ ਦੀ ਮੁਲਾਕਾਤ ਨਹੀਂ ਹੋ ਪਾ ਰਹੀ, ਉਹਨਾਂ ਦਾ ਇਹ ਖਿਆਲ ਹੈ ਕਿ ਜਿਹੜੀ ਪਾਰਲੀਮੈਂਟ ਦੇ ਵਿੱਚ ਨੁਮਾਇੰਦਗੀ ਕਰਨ ਵਾਲੇ ਲੀਡਰਸ਼ਿਪ ਹੈਗੀ ਹੈ ਪਾਰਟੀ ਦੀ, ਉਹ ਇਮਰਾਨ ਖਾਨ ਦੀ ਰਿਹਾਈ ਦੀ ਬਜਾਏ ਬਾਕੀ ਮਾਮਲਾਤ ਦੇ ਵਿੱਚ ਜ਼ਿਆਦਾ ਕੰਮ ਕਰ ਰਹੀ। ਔਰ ਜਿਹੜਾ ਸਭ ਨਾਲੋਂ ਜ਼ਿਆਦਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੀ, ਜਿੱਧਰ ਫੋਕਸ ਹੋਣਾ ਚਾਹੀਦਾ ਸੀ, ਉਹ ਇਮਰਾਨ ਖਾਨ ਦੀ ਰਿਹਾਈ ਹੈ। ਇਹ ਉਹਨਾਂ ਦੀ ਸ਼ਿਕਾਇਤ ਥੱਲੇ ਹੋਈ ਹੈ ਪੈਦਾ। ਇਹ ਸ਼ਿਕਾਇਤ ਇੱਕ ਤਾਂ ਜੈਨੂਇਨ ਵੀ ਹੋ ਸਕਦੀਆਂ ਨੇ, ਲੇਕਿਨ ਇਹਦੇ ਵਿੱਚ ਇੱਕ ਮਸਲਾ ਧੜੇਬੰਦੀ ਵੀ ਦੱਸਿਆ ਜਾ ਰਿਹਾ ਹੈ। ਪਾਰਟੀ ਦੇ ਅੰਦਰ ਧੜੇ ਬਣ ਗਏ ਨੇ ਔਰ ਕੁਝ ਲੋਕਾਂ ਦਾ ਇਹ ਖਿਆਲ ਹੈ ਕਿ ਇਹ ਧੜੇ ਬਣਵਾਏ ਗਏ। ਕੁਝ ਲੋਕਾਂ ਦਾ ਇਹ ਖਿਆਲ ਹੈ ਕਿ ਇਹ ਕੁਦਰਤੀ ਤੌਰ ਤੇ ਜਦੋਂ ਲੀਡਰਸ਼ਿਪ ਮਰਕਜ਼ੀ ਨਹੀਂ ਹੁੰਦੀ ਲੋਕਾਂ ਦੇ ਵਿੱਚ, ਤੇ ਫਿਰ ਹਰ ਬੰਦਾ ਆਪਣੀ ਮਸੀਤ ਬਣਾ ਲੈਂਦਾ ਹੈ ਤੇ ਫਿਰ ਆਪਣੇ ਮਫਾਦ ਦੇ ਤਹਿਤ ਉਹ ਸਿਆਸਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਛਾ, ਇਹਦੇ ਨਾਲ ਹੋਵੇਗਾ ਕਿ ਤਹਿਰੀਕ ਇਨਸਾਫ ਦੇ ਜਿਹੜੇ 2-3 ਵੱਡੇ ਮਕਸਦ ਹੈਗੇ ਨੇ ਇਸ ਵਕਤ, ਇੱਕ ਇਮਰਾਨ ਖਾਨ ਦੀ ਰਿਹਾਈ ਔਰ ਬਾਕੀ ਕੈਦੀ ਜਿਹੜੇ ਨੇ ਉਹਨਾਂ ਦੇ ਉੱਤੇ ਮੁਕੱਦਮਾਤ ਦਾ ਖਾਤਮਾ, ਔਰ ਤੀਸਰਾ ਇਹ ਵੇਖ ਕੇ ਮੈਂਡੇਟ ਵਾਪਸੀ, ਜਿਹੜਾ ਉਹਨਾਂ ਨੇ ਬਕਾਇਦਾ ਤੌਰ ਤੇ ਅਨਾਉਂਸ ਕੀਤੇ ਆਪਣੇ ਮੁਤਾਲਬਾਤ। ਇਹ ਦੋਵੇਂ ਖਤਰੇ 'ਚ ਪੈ ਜਾਣਗੇ ਅਗਰ ਪਾਰਟੀ ਮਜ਼ੀਦ ਤਕਸੀਮ ਹੋ ਜਾਂਦੀ, ਜਿਵੇਂ ਕਿ ਸ਼ੇਰ ਅਫਜ਼ਲ ਮਰਵਤ, ਸ਼ਹਿਰੀਆਰ ਖਾਨ, ਸ਼ੰਦਾਨਾ ਗੁਲਜ਼ਾਰ, ਇਹ ਵੱਖ ਹੁੰਦੀਆਂ ਗੱਲਾਂ ਕਰਨ ਦੇ ਨੇ। ਇਸੇ ਤਰ੍ਹਾਂ 2-3 ਦਿਨ ਪਹਿਲੇ ਜੁਨੇਦ ਅਕਬਰ ਜਿਹੜੇ ਨੇ MNA, ਉਹਨਾਂ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਕੰਮ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਦੀ ਕਿਆਦਤ ਅਦਾ ਨਹੀਂ ਉਹ ਕੰਮ ਕਰਨ ਲਈ, ਉਹ ਕੰਮ ਨਹੀਂ ਕਰ ਰਹੀ, ਤੇ ਇਸ ਵਾਸਤੇ ਮੈਂ ਕੋਰ ਕਮੇਟੀ ਤੋਂ ਅਸਤੀਫਾ ਦੇਣਾ ਵਾ। ਤੇ ਉਮਰ ਅਯੂਬ ਦਾ ਜਿਹੜਾ ਅਸਤੀਫਾ ਵੇ ਕੌਮੀ ਅਸੈਂਬਲੀ ਦੇ ਵਿੱਚ ਬਤੌਰ ਨਹੀਂ, ਕੌਮੀ ਅਸੈਂਬਲੀ ਤੋਂ ਬਾਹਰ ਸੈਕਟਰੀਸ਼ਿਪ ਦੇ ਮਨਸਬ ਤੋਂ ਜਿਹੜਾ ਅਸਤੀਫਾ ਹੈ, ਉਹ ਵੀ ਵਜ੍ਹਾ ਇੱਕ ਬਣਿਆ। ਉਹਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਔਰ ਕਿਹਾ ਜਾਂਦਾ ਕਿ ਉਹਨਾਂ ਉੱਤੇ ਜਿਹੜਾ ਪਾਰਟੀ ਕਾਰਕੁਨਾਂ ਦਾ ਦਬਾਅ ਸੀ, ਉਹ ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਆਪਣਾ ਅਸਤੀਫਾ ਦਿੱਤਾ। ਤੇ ਇਹ ਤਾਂ ਹੋ ਗਿਆ ਇਹਦਾ ਪੀਟੀਆਈ ਦਾ ਮਾਮਲਾ। ਦੂਸਰੇ ਪਾਸੇ ਅਸੀਂ ਆਨੇ ਆ ਕਿ ਜਿਹੜੇ ਹੁਕਮਰਾਨ ਇਤਿਹਾਦ ਹੈ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ ਨੂਨ ਦਾ, ਮਰਕਜ਼ ਦੇ ਵਿੱਚ ਵੀ ਉਹਨਾਂ ਨੇ, ਪੀਪਲਜ਼ ਪਾਰਟੀ ਨੇ ਕਿਹਾ ਅਸੀਂ ਵਜ਼ਾਰਤਾਂ ਨਹੀਂ ਲੈਣੀਆਂ, ਪੰਜਾਬ 'ਚ ਵੀ ਕਿਹਾ ਉਹਨਾਂ ਨੇ ਅਸੀਂ ਕਬੀਨਾ ਦਾ ਹਿੱਸਾ ਨਹੀਂ ਬਣਨਾ। ਫਿਰ ਉਹਨਾਂ ਨੇ ਉਹਦੇ ਅਗੇਂਸਟ ਲਿਆ ਕਿ ਕੁਝ ਆਈਨੀ ਅਹੁਦੇ ਲੈ ਲਏ, ਉਹਨਾਂ ਨੇ ਗਵਰਨਰਸ਼ਿਪਸ ਲੈ ਲਈਆਂ, ਉਹਨਾਂ ਨੇ ਸਦਾਰਤ ਲੈ ਲਈ, ਉਹਨਾਂ ਨੇ ਚੇਅਰਮੈਨ ਸੈਨੇਟ ਦੀ ਪੋਜੀਸ਼ਨ ਲੈ ਲਈ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਰਿਆਇਤਾਂ ਲੈ ਲਈਆਂ। ਲੇਕਿਨ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਮੁਆਹਦਾ ਕੀਤਾ ਮੁਸਲਿਮ ਲੀਗ ਨੂਨ ਦੇ ਨਾਲ। ਉਹਨਾਂ ਕਿਹਾ ਕਿ 2 ਡਿਸਟ੍ਰਿਕਟਸ ਐਸੇ ਨੇ, ਰਾਈਮਿਆਰ ਖਾਨ ਔਰ ਮੁਲਤਾਨ, ਜਿੱਥੇ ਪੀਪਲਜ਼ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਅਕਸਰੀਅਤ ਹੈਗੀ, ਪਾਰਲੀਮੈਂਟ 'ਚ ਜਿਹੜੇ ਨੁਮਾਇੰਦੇ ਬੈਠੇ ਹੋਏ ਨੇ। ਤੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਕੋਈ ਟਰਾਂਸਫਰ ਪੋਸਟਿੰਗ ਹੋਵੇਗੀ, ਤਰੱਕਿਆਤੀ ਫੰਡਸ ਦਾ ਮਸਲਾ ਹੋਵੇਗਾ, ਜਾਂ ਇਹਨਾਂ ਇਲਾਕਿਆਂ ਦੇ ਹਵਾਲੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਕਰਨਾ ਹੋਏਗਾ, ਤੇ ਫਿਰ ਪੀਪਲਜ਼ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਖਾਹਿਸ਼ ਹੋਵੇਗੀ, ਜਿਹੜੀ ਤਜਵੀਜ਼ ਹੋਏਗੀ, ਉਹਨੂੰ ਅਹਿਮੀਅਤ ਦਿੱਤੀ ਜਾਏਗੀ। ਇਹ ਵਾਲਾ ਜਿਹੜਾ ਮਾਮਲਾ ਗਿਆ ਮੁਆਹਦੇ ਤੋਂ ਬਾਅਦ ਜਦੋਂ ਗਿਆ ਮਰੀਮ ਨਵਾਜ਼ ਦੇ ਕੋਲ, ਤੇ ਉਹਨਾਂ ਨੇ ਚੰਦ ਦਿਨ ਤਾਂ ਇਹਨੂੰ ਰੱਖਿਆ। ਉਸ ਤੋਂ ਬਾਅਦ ਉਹਨਾਂ ਨੇ ਪੀਪਲਜ਼ ਪਾਰਟੀ ਦੇ ਲੋਕਾਂ ਨੂੰ ਅਕੋਮੋਡੇਟ ਕਰਨ ਤੋਂ ਇਨਕਾਰ ਕਰਤਾ। ਇਸ ਇਨਕਾਰ ਤੋਂ ਬਾਅਦ ਫਿਰ ਅਸੀਂ ਦੇਖਿਆ ਕਿ ਪੀਪਲਜ਼ ਪਾਰਟੀ ਦੇ ਜਿਹੜੇ ਗਿਲਾਨੀ ਸਾਹਿਬ ਦੇ ਬੇਟੇ ਨੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹਦੇ ਉੱਤੇ ਗੱਲ ਚੁੱਕੀ, ਇੱਥੇ ਪੰਜਾਬ ਅਸੈਂਬਲੀ ਦੇ ਵਿੱਚ ਉਹਦੇ ਉੱਤੇ ਗੱਲ ਕੀਤੀ, ਔਰ ਉਹਨਾਂ ਨੇ ਕਿਹਾ ਕਿ ਮੁਸਲਿਮ ਲੀਗ ਨੂਨ ਜਿਹੜੀ ਉਹ ਆਨਰ ਨਹੀਂ ਕਰਨ ਲਈ ਇਹਨਾਂ ਦੇ ਨਾਲ ਜਿਹੜਾ ਮੁਆਹਦਾ ਹੋਇਆ। ਤੇ ਉਹਦੇ ਅਗੇਂਸਟ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਹੱਕ ਰੱਖਨੇ ਆ ਕੁਝ ਜਵਾਬੀ ਜਿਹੜੇ ਹਕਮਤ ਅਮਲੀ ਉਹ ਤੈਅ ਕਰਨ ਦਾ। ਲੋਕ ਇਹ ਕਹਿੰਦੇ ਨੇ ਕਿ ਇਹ ਕਦੀ ਹੋ ਨਹੀਂ ਸਕਦਾ
ਕਿ ਯੂਸਫ ਰਜ਼ਾ ਗਿਲਾਨੀ ਸਾਹਿਬ ਔਰ ਉਹਨਾਂ ਦੀ ਔਲਾਦ ਔਰ ਬਾਕੀ ਪੀਪਲਜ਼ ਪਾਰਟੀ ਦੇ ਜਿਹੜੇ ਲੋਕ ਨੇ, ਉਹ ਮੁਸਲਿਮ ਲੀਗ ਦੀ ਕਿਆਦਤ ਜਾਂ ਪੰਜਾਬ ਹਕੂਮਤ ਦੇ ਖਿਲਾਫ ਗੱਲ ਕਰਨ ਜਾਂ ਕੁਝ ਕਰਨਾ ਚਾਹਣ, ਸਟੇਟਮੈਂਟ ਦੇਣ, ਤੇ ਉਹਦੇ ਪਿੱਛੇ ਮਰਕਜ਼ੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈਗੀ ਹੈ, ਬਿਲਾਵਲ ਭੁੱਟੋ ਔਰ ਆਸਫ ਅਲੀ ਜ਼ਰਦਾਰੀ ਸਾਹਿਬ, ਉਹਨਾਂ ਦੀ ਕੋਈ ਕੰਸੈਂਟ ਨਾ ਹੋਵੇ, ਇਹ ਲੋਕਾਂ ਦਾ ਖਿਆਲ ਹੈਗਾ। ਔਰ ਉਹਨਾਂ ਦਾ ਇਹ ਖਿਆਲ ਹੈ ਕਿ ਇਹਦਾ ਮਤਲਬ ਇਹ ਵੇ ਕਿ ਥੋੜ੍ਹਾ ਜਿਹਾ ਦਬਾਅ ਪਾ ਕੇ ਮੁਸਲਿਮ ਲੀਗ ਨੂਨ ਦੇ ਉੱਤੇ ਉਹ ਕੁਝ ਮਜ਼ੀਦ ਚੀਜ਼ਾਂ ਮਨਵਾਉਣਾ ਚਾਹੁੰਦੇ ਨੇ। ਇਹ ਮਨਵਾਉਣ ਵਾਲੀ ਜਿਹੜੀ ਗੱਲ ਹੈ, ਇਹ ਅਸੀਂ ਬਜਟ ਇਜਲਾਸ 'ਚ ਵੀ ਵੇਖੀ ਕਿ ਬਜਟ ਇਜਲਾਸ ਜਦੋਂ ਸ਼ੁਰੂ ਹੋਇਆ ਤੇ ਪੀਪਲਜ਼ ਪਾਰਟੀ ਨੇ ਕਿਹਾ ਜੀ ਕਿ ਅਸੀਂ ਬਜਟ ਇਜਲਾਸ ਦਾ ਬਾਈਕਾਟ ਕਰਾਂਗੇ। ਬਿਲਾਵਲ ਭੁੱਟੋ ਆਪਣੇ ਘਰ ਚਲੇ ਗਏ ਤੇ 3-4 ਬੰਦੇ ਜਿਹੜੇ ਸੀ ਉਹਨਾਂ ਨੂੰ ਨੋਮੀਨੇਟ ਕੀਤੇ, ਉਹ ਅਸੈਂਬਲੀ ਦੇ ਵਿੱਚ ਬਹਿ ਗਏ। ਉਹ ਵੀ ਜੋ ਬਾਅਦ ਦੇ ਵਿੱਚ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ 3-4 ਬੰਦੇ ਉਹਨਾਂ ਨੇ ਬਿਠਾ ਦਿੱਤੇ, ਬਾਕੀ ਬੰਦਿਆਂ ਨੇ ਅਸੈਂਬਲੀ ਦੇ ਕਾਰਵਾਈ ਦਾ ਬਾਈਕਾਟ ਕੀਤਾ। ਔਰ ਫਿਰ ਉਸ ਤੋਂ ਬਾਅਦ ਜਦੋਂ ਬਜਟ ਦੀ ਮਨਜ਼ੂਰੀ ਦਾ ਹਤਮੀ ਮਾਮਲਾ ਆਇਆ ਤੇ ਬਿਲਾਵਲ ਭੁੱਟੋ ਔਰ ਸ਼ਬਾਜ਼ ਸ਼ਰੀਫ ਸਾਹਿਬ ਦੇ ਦਰਮਿਆਨ ਫਿਰ ਮੁਲਾਕਾਤ ਹੋਈ ਔਰ ਉਸ ਮੁਲਾਕਾਤ ਦੇ ਵਿੱਚ ਵੀ ਇਹ ਤੈਅ ਪਾ ਲਿਆ ਕਿ ਜਨਾਬ ਅਸੀਂ ਇਕੱਠੇ ਚੱਲਾਂਗੇ ਔਰ ਬਜਟ ਦੀ ਮਨਜ਼ੂਰੀ ਦੇ ਵਿੱਚ ਤਾਵਨ ਕਰਾਂਗੇ। ਫਿਰ ਬਜਟ ਮਨਜ਼ੂਰ ਹੋ ਗਿਆ। ਇਹ ਸਾਰੀਆਂ ਗੱਲਾਂ ਲੋਕ ਇਹ ਸਵਾਲ ਕਰਨ ਡਏ ਨੇ ਕਿ ਆਪੋਜੀਸ਼ਨ ਦਾ ਮਤਲਬ ਕੀ ਹੈ ਜਾਂ ਇਤਿਹਾਦ ਦਾ ਮਤਲਬ ਕੀ ਹੈ। ਆਪੋਜੀਸ਼ਨ ਦਾ ਮਤਲਬ ਇਹ ਵੇ ਕਿ ਗਵਰਨਮੈਂਟ ਦੀ ਤੁਸੀਂ ਜਿਹੜੀਆਂ ਪਾਲਿਸੀਆਂ ਸਮਝਦੇ ਜੇ ਕਿ ਰਿਆਸਤ ਵਾਸਤੇ, ਲੋਕਾਂ ਵਾਸਤੇ ਠੀਕ ਨਹੀਂ ਹੈਗੀਆਂ, ਤੁਸੀਂ ਉਹਦੇ ਨਾਲ ਖੁੱਲ੍ਹ ਕੇ ਖਿਲਾਫ ਉਹਦੇ ਜਾਂਦੇ ਜੇ ਔਰ ਖੁੱਲ੍ਹ ਕੇ ਤਨਕੀਦ ਕਰਦੇ ਜੇ, ਉਹਦੇ ਖਿਲਾਫ ਵੋਟ ਵੀ ਦਿੰਦੇ ਜੇ, ਲੋਕਾਂ ਦੀ ਰਾਇਆਮਾ ਹਮਵਾਰ ਕਰਦੇ ਜੇ ਔਰ ਜਿਹੜੇ ਪਲੇਟਫਾਰਮ ਦੇ ਉੱਤੇ ਤੁਹਾਨੂੰ ਉਹ ਗੱਲ ਕਰਨ ਦਾ ਮੌਕਾ ਮਿਲਦਾ ਤੁਸੀਂ ਉਹ ਕਰਦੇ ਜੇ ਔਰ ਮੁਤਬਾਦਲ ਤਜਾਵੀਜ਼ ਵੀ ਦਿੰਦੇ ਜੇ ਔਰ ਹਕੂਮਤ ਦੀ ਨਾਅਹਿਲੀ ਸਾਬਤ ਕਰਦੇ ਜੇ। ਇਹ ਜੇ ਆਪੋਜੀਸ਼ਨ। ਤੇ ਇਤਿਹਾਦੀ ਦੇ ਤੌਰ ਤੇ ਤੁਹਾਡਾ ਕੰਮ ਇਹ ਹੁੰਦਾ ਕਿ ਜਿਹੜੇ ਇਜਲਾਸ ਹੁੰਦੇ ਨੇ ਇਤਿਹਾਦੀ ਪਾਰਟੀਆਂ ਦੇ, ਉਹਦੇ ਵਿੱਚ ਤੁਸੀਂ ਆਪਣਾ ਇਖਤਲਾਫ ਦਿੰਦੇ ਜੇ, ਆਪਣੀ ਤਜਵੀਜ਼ ਦਿੰਦੇ ਜੇ, ਲੇਕਿਨ ਜਦੋਂ ਕੌਮੀ ਅਸੈਂਬਲੀ ਜਾਂ ਸੈਨੇਟ ਦੇ ਵਿੱਚ ਜਾਂ ਬਾਕੀ ਫੈਸਲਾ ਸਾਜ਼ ਜਿਹੜੇ ਪਲੇਟਫਾਰਮ ਹੁੰਦੇ ਨੇ, ਉੱਥੇ ਜਦੋਂ ਮਾਮਲਾ ਆਉਂਦਾ ਤੇ ਤੁਸੀਂ ਫਿਰ ਉਹ ਸਲਾਹ ਮਸ਼ਵਰਾ ਜਾਂ ਤਨਕੀਦ ਜਿਹੜੀ ਬੰਦ ਕਮਰੇ 'ਚ ਆਪਸ 'ਚ ਹੋਈ ਹੁੰਦੀ, ਉਹਦੇ ਮੁਤਾਬਕ ਤੁਸੀਂ ਫਿਰ ਆਪਣਾ ਰੱਦ-ਏ-ਅਮਲ ਦਿੰਦੇ ਜੇ, ਲੇਕਿਨ ਉਹ ਇਤਿਹਾਦ ਦੇ ਪਲੇਟਫਾਰਮ ਦੇ ਔਰ ਫਰੇਮਵਰਕ ਦੇ ਅੰਦਰ ਰਹਿ ਕੇ। ਹੁਣ ਇਹਨਾਂ ਦੋਵਾਂ ਮਿਆਰਾਂ ਨੂੰ ਅਗਰ ਵੇਖਿਆ ਜਾਵੇ ਤੇ ਤਹਿਰੀਕੇ ਇਨਸਾਫ ਜਿਹੜੀ ਹੈ ਉਹ ਬਤੌਰ ਆਪੋਜੀਸ਼ਨ ਕਿੰਨਾ ਕੁ ਕੰਮ ਕਰਦੀ ਪਈ ਹੈ, ਇਹ ਵੀ ਵੇਖ ਲਵੋ। ਤੇ ਜਿਹੜੇ ਇਤਿਹਾਦੀ ਜਮਾਤਾਂ ਨੇ, ਇਹ ਬਤੌਰ ਇਤਿਹਾਦੀ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਕਰਨ ਡਈਆਂ ਨੇ, ਇਹ ਵੀ ਦੇਖ ਲਵੋ। ਤੇ ਮੁਲਕ ਦੇ ਮਸਾਇਲ ਜਿਹੜੇ ਨੇ, ਇਹ ਆਮ ਸ਼ਹਿਰੀ ਇਹ ਗੱਲ ਕਰਦਾ ਹੈ ਕਿ ਮੁਲਕ ਦੇ ਮਸਾਇਲ ਜਿਹੜੇ ਨੇ ਉਹ ਕੀ ਹੈਗੇ ਨੇ। ਤੇ ਮੁਲਕ ਦੇ ਮਸਾਇਲ ਤੇ ਜਨਾਬ ਇਹ ਵੇ ਕਿ ਮਹਿੰਗਾਈ ਬਹੁਤ ਹੋ ਗਈ। ਮੁਲਕ ਦਾ ਮਸਾਇਲ ਇਹ ਵੇ ਕਿ ਟੈਕਸਾਂ ਦਾ ਬਹੁਤ ਭਾਰ ਵਧਾ ਦਿੱਤਾ ਗਿਆ। ਮੁਲਕ ਦੇ ਮਸਾਇਲ ਇਹ ਨੇ ਕਿ ਸਾਡੀ ਮਈਸ਼ਤ ਜਿਹੜੀ ਉਹ ਬਹਾਲ ਨਹੀਂ ਹੋ ਰਹੀ ਔਰ ਮੁਲਕ ਦਾ ਮਸਲਾ ਇਹ ਵੇ ਕਿ ਗੈਰ ਮੁਲਕੀ ਸਰਮਾਇਆਕਾਰੀ ਨਹੀਂ ਆ ਰਹੀ। ਮੁਲਕ ਦਾ ਮਸਲਾ ਇਹ ਵੇ ਕਿ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਘੱਟ ਨਹੀਂ ਹੋ ਰਹੇ, ਉਹ ਵੱਧਦੇ ਜਾ ਰਹੇ ਨੇ ਔਰ ਹੁਕੂਮਤਾਂ ਨੇ, ਹੁਕੂਮਤੀ ਇਤਿਹਾਦੀਆਂ ਨੇ ਜਿਹੜੇ ਵਾਅਦੇ ਕੀਤੇ ਸੀ 300 ਯੂਨਿਟ ਔਰ 200 ਯੂਨਿਟ ਫ੍ਰੀ ਕਰਨ ਦੇ, ਉਹ ਪੂਰੇ ਨਹੀਂ ਹੋ ਰਹੇ। ਮੁਲਕ ਦੇ ਮਸਾਇਲ ਇਹ ਨੇ ਕਿ ਤਾਲੀਮ ਵਾਸਤੇ, ਤਾਲੀਮ ਸਸਤੀ ਕਰਨ ਵਾਸਤੇ ਕੁਝ ਨਹੀਂ ਹੋ ਰਿਹਾ, ਸਕੂਲ ਨਹੀਂ ਖੁੱਲ੍ਹ ਰਹੇ ਨਵੇਂ, ਆਬਾਦੀ ਵੱਧ ਰਹੀ ਹੈ। ਤੇ ਮੁਲਕ ਦੇ ਮਸਾਇਲ ਇਹ ਨੇ ਜਨਾਬ ਕਿ ਹਸਪਤਾਲਾਂ ਦੇ ਵਿੱਚ ਕੋਈ ਹਾਲ ਨਹੀਂ ਹੈਗਾ, ਕੋਈ ਦਵਾਈਆਂ ਨਹੀਂ ਹੈਗੀਆਂ, ਕੋਈ ਨਵੇਂ ਹਸਪਤਾਲ ਨਹੀਂ ਬਣਨ ਡਏ। ਇਹ ਨੇ ਮੁਲਕ ਦੇ ਮਸਾਇਲ। ਤੇ ਸਾਨੂੰ ਲਾਇਆ ਕਿਹੜੇ ਪਾਸੇ? ਲਾਇਆ ਇਸ ਪਾਸੇ ਕਿ ਅਸੀਂ ਤੁਹਾਡੇ ਨਾਲ ਗੱਲ ਇਹ ਕਰਨ ਡਏ ਹਾਂ ਕਿ ਹੁਕਮਰਾਨ ਇਤਿਹਾਦ ਦੇ ਵਿੱਚ ਕੀ ਹੋ ਰਿਹਾ ਤੇ ਆਪੋਜੀਸ਼ਨ ਦੇ ਵਿੱਚ ਕੀ ਹੋ ਰਿਹਾ। ਤੇ ਇਹ ਏਜੰਡਾ ਜਿਹੜਾ ਹੈ ਇਹ ਕਦੋਂ ਤੱਕ ਤੈਅ ਕਰਨਗੀਆਂ ਫੈਸਲਾ ਸਾਜ਼ ਕੁਵਤਾਂ ਕਿ ਅਸੀਂ ਕਿਹਦੇ ਤੇ ਗੱਲ ਕਰਨੀ, ਕਿਹਦੇ ਤੇ ਨਹੀਂ ਕਰਨੀ, ਜਾਂ ਅਸੀਂ ਸਿਰਫ ਇਹਨਾਂ ਦੀਆਂ ਤਾਰੀਫਾਂ ਕਰਨੀਆਂ। ਤੇ ਜੇ ਤਾਰੀਫਾਂ ਹੀ ਕਰਨੀਆਂ ਤੇ ਫਿਰ ਮਰੀਮ ਨਵਾਜ਼ ਦਾ ਖਿਤਾਬ ਸੁਣ ਲਵੋ ਸੂਬਾਈ ਅਸੈਂਬਲੀ ਦੇ ਵਿੱਚ ਬਜਟ ਦੀ ਮਨਜ਼ੂਰੀ ਦੇ ਵਕਤ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਘੇਰੇ ਦੇ ਵਿੱਚ ਹੈਗੇ ਆ। ਯਾਨੀ ਜਿਹੜੇ ਮੁਲਕੀ ਮਸਾਇਲ ਤੇ ਗੱਲ ਨਹੀਂ ਕਰ ਸਕਦੇ, ਇਸ਼ਤਿਆਲ ਅੰਗੇਜ਼ ਤਕਰੀਰਾਂ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਕੁਝ ਨਹੀਂ ਉਹਨਾਂ ਦੇ ਕੋਲ ਹੈਗਾ। ਤੇ ਮੁਲਕ ਦੇ ਮਸਾਇਲ ਕਿਵੇਂ ਹੱਲ ਹੋਣਗੇ ਇਹ ਤੁਸੀਂ ਆਪੇ ਅੰਦਾਜ਼ਾ ਕਰ ਲਓ। ਤੇ ਇਜਾਜ਼ਤ ਦਿਓ, ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ।